तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम धन वाहिगुरु जी। कचहों कंचन भयो शब्द गुर श्रवणह सुनियो। बिख ते अमृत होयो नाम सतगुर मुख भनियो। लोहों होयो लाल नदर सतगुर जद धारै। पाहन मानक करै ज्ञान गुर कहियो विचारै। काठों श्री खंड सतगुर कीओ दुख दरिदर तिन के गए। सतगुरु चरण जिन परसिया से पस परेत सुर नार पए। श्री हर कृष्ण ध्याइयै जिस डिठै सब दुख जाए। तेग बहादुर सिमरियै कर नौ निद आवें ताए। तेग बहादुर सिमरियै कर नौ निद आवें ताए। सब थाई होए सहाय। परम सन्मानयोग जुगो जुग अटल तख्त चवर छत्र दे मालक सतगुरु श्री गुरु ग्रंथ साहिब महाराज पातशाह जी दी पावन पवित्र हजूरी अंदर अते देश विदेश के अंदर आप संगत धन गुरु तेग बहादुर महाराज जी के 400 साला आगमन प्रकाश गुरपुरब नूं समर्पित हो करके लड़ीवार जीवन इतिहास सतगुर महाराज जी का सरवण कर रहे हो। गुरमत विचारां दी सांझ तो पहलों आओ सतगुर महाराज जी के चरणों में हाज़री लवाउणा करी अदब प्यार सत्कार सहित सतगुर महाराज जी की बख्शिश फतेह प्रवान करो जी। वाहिगुरु जी का खालसा वाहिगुरु जी की फतेह। सतगुर महाराज पातशाह जी की जीवन की कथा अज उस भाग दे विच पहुँच चुकी है जिस वेले हिंदुस्तान का बादशाह औरंगजेब जिहड़ा है वो तवस्वी कट्टड़वाद की नीति के उत्ते चलदियां उन्हें कोशिश जिहड़ी सी ये प्रारंभ कर दिती सी कि किसी ना किसी तरीके दे नाल जिहड़ा हिंदुस्तान है इहदे विच एक ही राज एक ही धर्म होना चाहिदा है। वो चाहुंदा सी कि सुन्नी मुसलमान होवन हर पासे, केवल इस्लाम धर्म होवे हर पासे, केवल धार्मिक ग्रंथ जिहड़े हन वो कुरान इत्यादिक होवन। उन्हें सब तो पहला इस तवस्वी नीति नूं अपनाउंदियां होइआं सतगुर महाराज जी की शहादत जिहड़ी है वो भी औरंगजेब की अपनी तवस्वी नीति दे करके ही हुई। सतगुर महाराज पातशाह जी की शहादत का कारण तवस्वी पुना जिहड़ा कट्टड़वाद सी उनका वो कारण बनते हैं। इन्हें औरंगजेब के उपर ही अज की जिहड़ा आपां विचार बहुती करांगे कि ये किवें ते किस किस्म का इंसान सी।
ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਸਮਕਾਲੀ ਵਿਦਵਾਨਾਂ ਨੇ ਔਰੰਗਜ਼ੇਬ ਦੇ ਬਾਰੇ ਲਿਖਿਆ ਕਿ ਔਰੰਗਜ਼ੇਬ ਜਿਹੜਾ ਹੈ ਉਹਨੇ ਤਖਤ ਤੇ ਕਬਜ਼ਾ ਕਰਨ ਵਾਸਤੇ ਬਾਪ ਦੀ ਛਾਤੀ ਦੇ ਉੱਪਰ ਪੈਰ ਰੱਖਿਆ। ਉਹਨੇ ਆਪਣੇ ਭਰਾਵਾਂ ਦੇ ਖੂਨ ਦੇ ਵਿੱਚ ਤਾਰੀ ਲਾ ਕਰਕੇ ਫਿਰ ਤਖਤ ਦੇ ਉੱਤੇ ਬੈਠਾ। ਮੁਲਾਨੇ, ਮੁਸਫੀ, ਕਾਜੀ ਇਹਨਾਂ ਨੂੰ ਡਰਾ ਕਰਕੇ, ਇਸਲਾਮ ਦਾ ਜਾਂ ਵਾਸਤਾ ਪਾ ਕਰਕੇ ਜਾਂ ਸੋਨੇ ਤੇ ਚਾਂਦੀ ਦੇ ਹੇਠ ਇਹਨਾਂ ਦੇ ਜ਼ਮੀਰ ਨੂੰ ਦਬਾ ਦਿੱਤਾ ਤੇ ਇਹਨਾਂ ਨੂੰ ਜਿਹੜਾ ਸੀ ਉਹਨੇ ਆਪਣੇ ਹੱਕ ਦੇ ਵਿੱਚ ਕਰ ਲਿਆ। ਸ਼ੁਰੂਆਤ ਦੇ ਵਿੱਚ ਕੀ ਹੋਇਆ ਕਿ ਇਹਨੇ ਕੁਝ ਤੋਹਫੇ ਜਿਹੜੇ ਸੀ ਮੱਕੇ ਦੇ ਮੁਫਤੀ ਜਿਹੜਾ ਸੀ ਉਹਨੂੰ ਭੇਜਣਾ ਕੀਤੇ। ਮੱਕੇ ਦੇ ਮੁਫਤੀ ਨੇ ਇਹ ਤੋਹਫੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਤੂੰ ਆਪਣੇ ਪਿਤਾ ਨੂੰ ਕਤਲ ਕੀਤਾ, ਭਰਾਵਾਂ ਨੂੰ ਕਤਲ ਕੀਤਾ, ਪਰਿਵਾਰ ਨੂੰ ਮਾਰਿਆ। ਪਰ ਬਾਅਦ ਵਿੱਚ ਉਹੀ ਜਿਹੜਾ ਮੁਫਤੀ ਸੀ ਮੱਕੇ ਦਾ, ਉਹ ਔਰੰਗਜ਼ੇਬ ਨੂੰ ਇਸਲਾਮ ਦਾ ਰਾਖਾ ਕਹਿ ਕੇ ਸੰਬੋਧਨ ਕਰਦਾ ਤੇ ਇਸਲਾਮ ਦੇ ਰਾਖੇ ਔਰੰਗਜ਼ੇਬ ਦੇ ਵਾਸਤੇ ਜਿਹੜਾ ਸੀ ਉਹਨੇ ਬਹੁਤ ਸਾਰੇ ਤੋਹਫੇ ਭੇਜੇ। ਅੱਜ ਵੀ ਜਿਹੜੇ ਕੱਟੜ ਹਿੰਦੂ, ਕੱਟੜ ਮੁਸਲਮਾਨ ਜਿਹੜੇ ਨੇ ਉਹ ਇਹ ਗੱਲ ਨੂੰ ਅੱਜ ਵੀ ਮੰਨਦੇ ਨੇ ਕਿ ਜਿਹੜਾ ਔਰੰਗਜ਼ੇਬ ਹੈ ਇਹ ਇਸਲਾਮ ਦਾ ਰਾਖਾ ਬਣ ਕੇ ਆਇਆ। ਮੁਹੰਮਦ ਇਕਬਾਲ ਜਿਹੜੇ ਬਹੁਤ ਵੱਡੇ ਸ਼ਾਇਰ ਹੋਏ, ਉਹ ਵੀ ਇਹ ਗੱਲ ਆਖਦੇ ਸੀ ਕਿ ਔਰੰਗਜ਼ੇਬ ਜਿਹੜਾ ਹੈ ਉਹ ਆਖਰੀ ਪੱਥੇ ਦਾ ਤੀਰ ਸੀ ਜਿਹਨੇ ਇਸਲਾਮ ਦਾ ਪ੍ਰਚਾਰ ਕੀਤਾ। ਔਰੰਗਜ਼ੇਬ ਦੀ ਆਪਣੀ ਸਾਈਕੋ ਨੂੰ ਦੇਖੋ, ਉਹਦੇ ਆਪਣੇ ਜਿਹੜਾ ਅੰਦਰ ਨੂੰ ਦੇਖੋ। ਲੋਕ ਕਹਿੰਦੇ ਸੀ ਕਿ ਔਰੰਗਜ਼ੇਬ ਜਿਹੜਾ ਹੈ ਉਹਨੂੰ ਕੋਈ ਸਮਝ ਨਹੀਂ ਸਕਦਾ, ਕਿਉਂਕਿ ਔਰੰਗਜ਼ੇਬ ਜਿਹੜੇ ਕੰਮ ਦੀ ਵਿਰੋਧਤਾ ਕਰਦਾ ਹੈ ਉਸੇ ਕੰਮ ਦੀ ਪ੍ਰੋੜਤਾ ਕਰ ਦਿੰਦਾ ਹੈ। ਔਰੰਗਜ਼ੇਬ ਇੱਕ ਪਾਸੇ ਤਾਂ ਵਹਿਮਾਂ ਤੇ ਭਰਮਾਂ ਦੇ ਵਿਰੁੱਧ ਬੋਲਦਾ ਹੈ, ਦੂਜੇ ਪਾਸੇ ਔਰੰਗਜ਼ੇਬ ਜਿਹੜਾ ਹੈ ਉਹ ਆਪਣੇ ਜਿਹੜਾ ਘਰ ਦੇ ਅੰਦਰ, ਆਪਣੇ ਮਹਿਲਾਂ ਦੇ ਅੰਦਰ ਹਰਮਲ ਨੂੰ ਦਿਖਾਉਂਦਾ ਹੈ, ਆਪਣੇ ਸਿਰ ਦੇ ਉੱਤੋਂ ਮਿਰਚਾਂ ਨੂੰ ਵਾਰਦਾ ਹੈ ਤਾਂ ਕਿ ਮੇਰੇ ਰਾਜ ਨੂੰ, ਮੇਰੇ ਉੱਪਰ ਕਿਸੇ ਦੀ ਬੁਰੀ ਨਜ਼ਰ ਨਾ ਪੈ ਸਕੇ। ਉਹ ਇੱਕ ਪਾਸੇ ਤਾਂ ਔਰੰਗਜ਼ੇਬ ਜਿਹੜਾ ਹੈ ਉਹ ਤਵੀਜ਼ਾਂ ਨੂੰ ਮਾੜਾ ਕਹਿੰਦਾ ਹੈ ਕਿ ਤਵੀਤ ਮਾੜੇ ਨੇ, ਦੂਜੇ ਪਾਸੇ ਇੱਕ ਵਾਰ ਸਤਨਾਮੀਆਂ ਨੇ ਬਗਾਵਤ ਕੀਤੀ। ਉਸ ਬਗਾਵਤ ਦੇ ਵਿਰੁੱਧ ਜਦੋਂ ਇਹਨੇ ਫੌਜ ਲੈ ਕੇ ਬਗਾਵਤ ਨੂੰ ਦਬਾਉਣ ਵਾਸਤੇ ਇਹਨੇ ਚੜ੍ਹਾਈ ਕੀਤੀ, ਵਿਰੋਧ ਕੀਤਾ, ਲੜਿਆ, ਉੱਥੇ ਹਰ ਇੱਕ ਝੰਡੇ ਦੇ ਨਾਲ ਇਹਨੇ ਜਿਹੜਾ ਸੀ ਤਵੀਤ ਬੰਨਿਆ ਸੀ। ਔਰੰਗਜ਼ੇਬ ਇਹ ਗੱਲ ਆਖਦਾ ਸੀ ਕਿ ਜੇਕਰ ਦੁਸ਼ਮਣ ਨੂੰ ਸਹੁੰ ਖਾ ਕੇ ਵੀ ਮਾਰਨਾ ਪਵੇ, ਜੇ ਝੂਠੀ ਸਹੁੰ ਵੀ ਖਾ ਲਈ ਜਾਏ ਤਾਂ ਇਹਦੇ ਵਿੱਚ ਵੀ ਬੁਰਾਈ ਕੋਈ ਨਹੀਂ। ਉਹ ਕਹਿੰਦਾ ਸੀ ਕਿ ਪਹਿਲੋਂ ਝੂਠੀ ਸਹੁੰ ਖਾਵੋ, ਫਿਰ ਦੁਸ਼ਮਣ ਨੂੰ ਮਾਰੋ, ਉਸ ਤੋਂ ਬਾਅਦ ਵਿੱਚ ਕੁਰਾਨ ਜਿਹੜੀ ਹੈ ਉਹ ਹੱਥ ਵਿੱਚ ਲੈ ਕਰਕੇ ਤੇ ਮੁਆਫੀ ਮੰਗ ਲਓ। ਦੇਖੋ ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਜਦ ਸਤਿਗੁਰੂ ਮਹਾਰਾਜ ਨੂੰ ਕਿਲ੍ਹਾ ਛਡਾਉਣ ਵਾਸਤੇ ਹਰ ਹੀਲਾ ਵਸੀਲਾ ਖਤਮ ਹੋ ਗਿਆ, ਉਸ ਵੇਲੇ ਔਰੰਗਜ਼ੇਬ ਨੇ ਜਿਹੜਾ ਸੀ ਇਹ ਨੀਤੀ ਨੂੰ ਵੀ ਵਰਤ ਲਿਆ ਸੀ ਕਿ ਮੈਂ ਕਿਲ੍ਹਾ ਖਾਲੀ ਕਰਾਉਣਾ, ਆਨੰਦਪੁਰ ਸਾਹਿਬ ਦੇ ਅੰਦਰੋਂ ਗੁਰੂ ਸਾਹਿਬ ਜੀ ਨੂੰ ਕੱਢਣਾ। ਉਹਦੇ ਵਾਸਤੇ ਕੁਰਾਨ ਦੇ ਉੱਪਰ ਝੂਠੀ ਕਸਮ ਜਿਹੜੀ ਸੀ ਉਹ ਲਿਖ ਕਰਕੇ ਉਹਨੇ ਭੇਜੀ, ਜਿੰਦੀ ਗਵਾਹੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜ਼ਫਰਨਾਮੇ ਦੇ ਅੰਦਰ ਭਰਦੇ ਆ। ਔਰੰਗਜ਼ੇਬ ਜਿਹੜਾ ਸੀ ਉਹਨੇ ਜਿਹੜੇ ਸ਼ਾਇਰ ਸੀ ਉਹਨਾਂ ਨੂੰ ਕਹਿਣਾ ਇਹ ਸ਼ੈਤਾਨ ਨੇ, ਇਹ ਸ਼ੈਤਾਨ ਦੀ ਟੂਟੀ ਨੇ, ਇਹ ਲੋਕਾਂ ਨੂੰ ਭਰਮਾਉਂਦੇ ਨੇ, ਇਹ ਗਜ਼ਲਾਂ ਲਿਖਣੀਆਂ, ਇਹ ਸ਼ਾਇਰੀ ਕਰਨੀ ਬਹੁਤ ਮਾੜੀ ਏ। ਪਰ ਆਪ ਜਿਹੜਾ ਔਰੰਗਜ਼ੇਬ ਸੀ ਉਹ ਗਜ਼ਲਾਂ ਲਿਖਦਾ ਤੇ ਗਜ਼ਲਾਂ ਲਿਖ ਕਰਕੇ ਤੇ ਗਾਉਣ ਵਾਲਿਆਂ ਨੂੰ ਦਿੰਦਾ ਤੇ ਥੱਲੇ ਹਸਤਾਖਰ ਦਸਤਖਤ ਕਰਕੇ ਦਿੰਦਾ ਸੀ। ਉਹਨੇ ਇੱਕ ਉਹਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਜਿਹੜਾ ਸੀ ਸਰੂਰ ਸੀ ਜਾਂ ਬਹੁਤ ਵੱਡੀ ਚਾਹਤ ਰੱਖਦਾ ਸੀ। ਉਹ ਚਾਹਤ ਸੀ ਕਿ ਕਰਾਮਾਤ ਦੇਖਾਂ। ਧੰਨ ਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਦਿੱਲੀ ਸੱਦਿਆ ਗਿਆ ਸੀ, ਪਰ ਸੰਗਤ ਨੇ ਕਿਹਾ ਕਿ ਮਹਾਰਾਜ ਆਪ ਨਾ ਜਾਓ, ਆਪ ਕਿਸੇ ਨੂੰ ਭੇਜ ਦਿਓ। ਤੇ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਭੇਜਿਆ। ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ 72 ਕਰਾਮਾਤਾਂ ਉੱਥੇ ਦਿਖਾਈਆਂ, ਛੋਟੀਆਂ ਵੱਡੀਆਂ ਬਹੁਤ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਆਉਂਦਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਨੇ ਬਹੁਤ ਇਹਨੂੰ ਵਿਸਥਾਰ ਦੇ ਨਾਲ ਲਿਖਣਾ ਕੀਤਾ ਕਿ ਔਰੰਗਜ਼ੇਬ ਨੂੰ ਕਿਹੜੀ ਕਿਹੜੀ ਕਰਾਮਾਤ ਜਿਹੜੀ ਸੀ ਉਹ ਦਿਖਾਉਣਾ ਉਸ ਵੇਲੇ ਕੀਤੀ। ਖੁਸ਼ ਹੋ ਕਰਕੇ ਔਰੰਗਜ਼ੇਬ ਨੇ ਜਿਹੜਾ ਸੀ 7 ਪਿੰਡਾਂ ਦੀ ਜ਼ਗੀਰ ਰਾਮ ਰਾਏ ਨੂੰ ਭੇਟ ਕਰ ਦਿੱਤੀ। ਰੋਜ਼ ਬਹੁਤ ਸਾਰਾ ਧਨ ਵੀ ਦੇਣਾ, ਬਹੁਤ ਸਾਰੀਆਂ ਸਹੂਲਤਾਂ ਵੀ ਦੇਣੀਆਂ। ਔਰ ਇਹੀ ਕਾਰਨ ਸੀ ਕਿ ਰਾਮ ਰਾਏ ਦੇ ਉੱਤੇ ਇਸ ਤਾਕਤ ਦਾ ਜਾਂ ਪੈਸੇ ਦਾ ਪ੍ਰਭਾਵ ਪੈ ਗਿਆ, ਜਿਹਦੇ ਕਰਕੇ
ਔਰੰਗਜ਼ੇਬ ਦੇ ਸਾਹਮਣੇ ਉਹਨਾਂ ਨੇ ਬਾਣੀ ਦੀ ਪੰਕਤੀ ਦੇ ਗਲਤ ਅਰਥ ਕਰ ਦਿੱਤੇ। ਮਿੱਟੀ ਮੁਸਲਮਾਨ ਕੀ ਦੇ ਅਰਥ ਜਿਹੜੇ ਸਨ ਜਾਂ ਉਹਦੇ ਜਿਹੜਾ ਉਚਾਰਨ ਸੀ ਉਹ ਇਹ ਕਰ ਦਿੱਤਾ ਕਿ ਮਿੱਟੀ ਬੇਈਮਾਨ ਕੀ ਹੈ, ਮੁਸਲਮਾਨ ਕੀ ਨਹੀਂ। ਉਹ ਲਿਖਣ ਵਾਲੇ ਦੀ ਗਲਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪਣੇ ਪੁੱਤਰ ਨੂੰ ਹਮੇਸ਼ਾ ਵਾਸਤੇ ਕਹਿ ਦਿੱਤਾ ਕਿ ਤੂੰ ਸਾਡੇ ਮੱਥੇ ਨਹੀਂ ਲੱਗਣਾ। ਜਹਾਂਗੀਰ ਜਿਹੜਾ ਹੈ ਇਹਦੇ ਅੰਦਰ ਚਾਹਵਾਨ ਹੈ, ਇਸ ਗੱਲ ਦਾ ਚਾਹਤ ਹੈ ਕਿ ਮੈਂ ਕਰਾਮਾਤਾਂ ਦੇਖਾਂ, ਔਰ ਇਹਨਾਂ ਨੇ ਰਾਮ ਰਾਏ ਤੋਂ 72 ਕਰਾਮਾਤਾਂ ਵੀ ਦੇਖੀਆਂ। ਇਹਨੇ ਦਿੱਲੀ ਦੇ ਵਿੱਚ 12 ਸੈਯਦ ਜਿਹੜੇ ਸਨ ਉਹਨਾਂ ਨੂੰ ਬੰਦੀ ਬਣਾ ਲਿਆ। 12 ਸੈਯਦਾਂ ਨੂੰ ਬੰਦੀ ਬਣਾਉਣ ਤੋਂ ਬਾਅਦ ਵਿੱਚ ਉਹਨਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ ਤੇ ਨਾਲ ਇਹ ਗੱਲ ਕਹਿ ਦਿੱਤੀ ਸੀ, ਜੇਕਰ ਤੁਸੀਂ ਕਰਾਮਾਤ ਨਹੀਂ ਦਿਖਾਓਗੇ ਤੇ ਤੁਹਾਨੂੰ ਮੌਤ ਪ੍ਰਵਾਨ ਕਰਨੀ ਪਵੇਗੀ। ਔਰ ਔਰੰਗਜ਼ੇਬ ਨੇ ਉਹਨਾਂ 12 ਸੈਯਦਾਂ ਨੂੰ ਜਿਹੜਾ ਸੀ ਮੌਤ ਦੇ ਘਾਟ ਉਤਾਰ ਦਿੱਤਾ। ਇਹ ਅਕਸਰ ਫਕੀਰਾਂ ਨੂੰ ਤੰਗ ਕਰਕੇ ਖੁਸ਼ ਹੁੰਦਾ। ਫਕੀਰਾਂ ਨੂੰ ਇਕੱਠਿਆਂ ਕਰ ਲੈਣਾ ਤੇ ਉਹਨਾਂ ਨੂੰ ਕਹਿਣਾ ਕਿ ਤੁਹਾਨੂੰ ਨਵੇਂ ਕੱਪੜੇ ਦੇਣੇ ਨੇ, ਪੁਰਾਣੇ ਉਹਨਾਂ ਦੇ ਕੱਪੜੇ ਉਤਰਾ ਲੈਣੇ, ਤੇ ਜਦੋਂ ਨਵੇਂ ਕੱਪੜੇ ਪਵਾਉਣੇ ਤੇ ਪੁਰਾਣੇ ਕੱਪੜਿਆਂ ਦੇ ਵਿੱਚ ਜਿਹੜੇ ਉਹਨਾਂ ਦੀਆਂ ਬਗਲੀਆਂ ਹੋਣੀਆਂ, ਉਹਨਾਂ ਦੇ ਵਿੱਚੋਂ ਜਿਹੜੇ ਸੀ ਗੋਦੜੀਆਂ ਦੇ ਵਿੱਚੋਂ ਮਾਇਆ ਇਕੱਠੀ ਕਰ ਲੈਣੀ, ਉਹਨਾਂ ਨੂੰ ਤੰਗ ਕਰਨਾ। ਔਰੰਗਜ਼ੇਬ ਆਪਣੇ ਆਪ ਨੂੰ ਜਿੰਦਾ ਪੀਰ ਅਖਵਾ ਕਰਕੇ ਖੁਸ਼ ਹੁੰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਮੇਰੇ ਤੋਂ ਬਗੈਰ ਕਿਸੇ ਹੋਰ ਨੂੰ ਕੋਈ ਫਕੀਰ ਜਾਂ ਔਲੀਆ ਵੀ ਕਹੇ, ਜਾਂ ਉਹਦੇ ਸਾਹਮਣੇ ਉਹਦੇ ਐਲਕਾਰ ਜਿਹੜੇ ਸਨ ਉਹ ਫਕੀਰ ਔਲੀਆ ਸ਼ਬਦ ਕਿਸੇ ਵਾਸਤੇ ਵਰਤਦੇ ਹੀ ਨਹੀਂ ਸੀ। ਔਰੰਗਜ਼ੇਬ ਨੇ ਬਹੁਤ ਸਾਰੇ ਫਕੀਰ ਸੀ ਜਿਨ੍ਹਾਂ ਨੂੰ ਤੰਗ ਕੀਤਾ, ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਵੇਂ ਮੁੱਲਾ ਬਦਖਸਾਨੀ ਸੀ, ਸਰਮਦ ਫਕੀਰ ਜਿਹਨੂੰ ਮੌਤ ਦੇ ਘਾਟ ਉਤਾਰਿਆ। ਗੁਜਰਾਤ ਦੇ ਰਹਿਣ ਵਾਲੇ ਫਕੀਰ ਸਨ ਸ਼ਾਹ ਦੌਲਾ, ਜਿਨ੍ਹਾਂ ਨੂੰ ਬਹੁਤ ਜਲੀਲ ਕੀਤਾ। ਸ਼ਾਹ ਜਹਾਂਗੀਰ ਉਹਨੂੰ ਜਲੀਲ ਕੀਤਾ। ਸ਼ਾਹ ਸਦਰ ਉਦੀਨ ਕਸੂਰੀ ਉਹਨੂੰ ਜਿਹੜਾ ਸੀ ਮਾਰਿਆ। ਸ਼ਾਹ ਹਸਨ ਸ਼ਾਦਰਾ ਨੂੰ ਕਤਲ ਕੀਤਾ। ਸ਼ਾਹ ਜਮਾਲ, ਸੈਯਦ ਮੁਹੰਮਦ ਅਲੀ, ਸ਼ਾਹ ਕਲੰਦਰ, ਇਸ ਤਰ੍ਹਾਂ ਬਹੁਤ ਸਾਰੇ ਫਕੀਰ ਨੇ। ਮਿਰਜ਼ਾ ਹੈਦਰ ਬੈਰਾਗੀ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਪੀਰ ਬੁੱਧੂ ਸ਼ਾਹ ਜੀ, ਜਿਨ੍ਹਾਂ ਨੇ ਆਪਣੇ ਪੁੱਤਰ ਸਤਿਗੁਰ ਮਹਾਰਾਜ ਤੋਂ ਵਾਰ ਦਿੱਤੇ। ਆਪਣੇ ਚੇਲੇ ਜਿਹੜੇ ਸਨ ਉਹ ਭੰਗਾਣੀ ਦੇ ਯੁੱਧ ਵਿੱਚ ਲੜਾਏ ਤੇ ਉਹਨਾਂ ਨੇ ਸ਼ਹੀਦੀ ਦਾ ਇਲਜ਼ਾਮ ਪੀਤਾ। 2 ਪੁੱਤਰ ਸ਼ਹੀਦ ਹੋਏ ਨੇ ਪੀਰ ਬੁੱਧੂ ਸ਼ਾਹ ਦੇ। ਤੇ ਸਤਿਗੁਰ ਮਹਾਰਾਜ ਜੀ ਦੇ ਇਸ ਪਿਆਰੇ ਜੇ ਬਹੁਤ ਪਿਆਰ ਰੱਖਣਾ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਦੇ ਨਾਲ। ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਕੇਸਾਂ ਵਾਲਾ ਕੰਘਾ ਜਿਹੜਾ ਸੀ, ਜਿੰਦੇ 'ਚ ਸਤਿਗੁਰ ਮਹਾਰਾਜ ਜੀ ਦੇ ਕੇਸ ਨਿਕਲ ਕੇ ਬਾਹਰ ਆਏ, ਉਹ ਕੰਘਾ ਜਿਹੜਾ ਸੀ ਉਹ ਭੰਗਾਣੀ ਦੇ ਯੁੱਧ ਤੋਂ ਬਾਅਦ ਵਿੱਚ ਸ਼ਹਾਦਤ ਪੁੱਤਰਾਂ ਦੀ ਹੋ ਚੁੱਕੀ ਆ ਪੀਰ ਬੁੱਧੂ ਸ਼ਾਹ ਦੇ। ਤੇ ਉਹਨੇ ਝੋਲੀ ਕਰਕੇ ਕਿਹਾ ਸੀ, ਸੱਚੇ ਪਾਤਸ਼ਾਹ ਮਹਾਰਾਜ ਮੈਂ ਚਾਹੁੰਦਾ ਵਾਂ ਕਿ ਆ ਕੇਸਾਂ ਵਾਲਾ ਕੰਘਾ ਤੁਸੀਂ ਮੈਨੂੰ ਦੇ ਦਿਓ। ਮਹਾਰਾਜ ਨੇ ਝੋਲੀ ਦੇ ਵਿੱਚ ਪਾ ਦਿੱਤਾ। ਅੱਧੀ ਦਸਤਾਰ ਸਤਿਗੁਰ ਮਹਾਰਾਜ ਨੇ ਪਾੜ ਕਰਕੇ ਪੀਰ ਬੁੱਧੂ ਸ਼ਾਹ ਨੂੰ ਸਰੋਪਾ ਦੇਣਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ। ਔਰ ਪੀਰ ਬੁੱਧੂ ਸ਼ਾਹ ਵਰਗਿਆਂ ਫਕੀਰਾਂ ਨੂੰ ਜਿਹੜਾ ਸੀ ਔਰੰਗਜ਼ੇਬ ਨੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਮਾਰ ਮੁਕਾਉਣ ਦਾ ਯਤਨ ਕੀਤਾ। ਔਰੰਗਜ਼ੇਬ, ਵਿਦਵਾਨ ਕਹਿੰਦੇ ਨੇ ਕਿ ਔਰੰਗਜ਼ੇਬ ਇੰਨਾ ਕੁ ਪੱਥਰ ਦਿਲ ਇਨਸਾਨ ਸੀ ਕਿ ਉਹਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਇੱਕ ਪਾਸੇ ਕੈਦ ਕੀਤਾ ਤੇ ਉਹਦੀ ਕੈਦ ਦੇ ਵਿੱਚ ਉਸ ਕੈਦਖਾਨੇ ਦੇ ਅੰਦਰ ਜਿਹੜੀ ਖਿੜਕੀ ਬਣੀ ਸੀ, ਜਿੰਦੇ ਵਿੱਚੋਂ ਉਹ ਬਾਹਰ ਜਮਨਾ ਦੇ ਨਜ਼ਾਰੇ ਨੂੰ ਦੇਖਦਾ ਸੀ, ਔਰੰਗਜ਼ੇਬ ਨੇ ਉਹ ਖਿੜਕੀ ਬੰਦ ਕਰਾ ਦਿੱਤੀ। ਇੱਕ ਹਕੀਮ ਜਿਹੜਾ ਸ਼ਾਹਜਹਾਨ ਦਾ ਇਲਾਜ ਕਰਦਾ ਸੀ, ਜਿੰਦਾ ਨਾਮ ਇਤਿਹਾਸ ਨੇ ਲਿਖਿਆ ਹਕੀਮ ਮੁਕਰਮ ਖਾਨ। ਇਹ ਮੁਕਰਮ ਖਾਨ ਜਿਹੜਾ ਸੀ, ਇਹਨੂੰ ਉਸ ਵੇਲੇ ਕੁਝ ਪੈਸੇ ਦਿੱਤੇ ਜਾਂ ਹੁਕਮ ਕਰ ਦਿੱਤਾ ਕਿ ਦਵਾਈ ਦੀ ਥਾਂ ਤੇ ਤੂੰ ਜ਼ਹਿਰ ਜਿਹੜਾ ਹੈ ਉਹ ਮੇਰੇ ਪਿਤਾ ਸ਼ਾਹਜਹਾਨ ਨੂੰ ਦੇ ਦੇ। ਪਰ ਇਹਦੇ ਕੋਲ ਹੋ ਨਹੀਂ ਸਕਿਆ। ਇਹਨੇ ਜ਼ਹਿਰ ਆਪ ਖਾ ਲਿਆ, ਪਰ ਸ਼ਾਹਜਹਾਨ ਨੂੰ ਜ਼ਹਿਰ ਨਹੀਂ ਦਿੱਤਾ ਤੇ ਨਾ ਹੀ ਆਪਣਾ ਜਿਹੜਾ ਹਕੀਮੀ ਦਾ ਪੇਸ਼ਾ ਸੀ ਉਹਨੂੰ ਦਾਗਦਾਰ ਹੋਣ ਦਿੱਤਾ। ਔਰੰਗਜ਼ੇਬ ਦੀ ਭੈਣ ਹੈ ਰੋਸ਼ਨ ਆਰਾ। ਇਸ ਰੋਸ਼ਨ ਆਰਾ ਨੇ ਤਖਤ ਤੇ ਬੈਠਣ ਵਾਸਤੇ ਔਰੰਗਜ਼ੇਬ ਦੀ ਬਹੁਤ ਮਦਦ ਕੀਤੀ, ਬਹੁਤ ਸਹਾਇਤਾ ਵੀ ਕੀਤੀ। ਪਰ ਔਰੰਗਜ਼ੇਬ ਨੇ ਆਪਣੀ ਹੀ ਭੈਣ ਰੋਸ਼ਨ ਆਰਾ ਨੂੰ ਥੋੜ੍ਹਾ ਥੋੜ੍ਹਾ ਜ਼ਹਿਰ ਦੇਣਾ ਸ਼ੁਰੂ ਕਰਤਾ। ਹਲਕਾ ਹਲਕਾ ਜ਼ਹਿਰ ਦਿੰਦਾ ਰਿਹਾ, ਜਿੰਦੇ ਕਰਕੇ ਰੋਸ਼ਨ ਆਰਾ ਜਿਹੜੀ ਸੀ ਉਹਦੀ ਵੀ ਮੌਤ ਹੋ ਗਈ। ਇਹਨੇ ਆਪਣੇ ਭਰਾ ਦਾਰਾ ਸ਼ਿਕੋ ਜਿਹੜਾ ਸੀ ਉਹਨੂੰ ਮਾਰਿਆ। ਆਪਣੇ ਭਰਾ ਜਿਹੜਾ ਸੀ ਮੁਰਾਦ ਨੂੰ ਸ਼ਰਾਬ ਪਿਲਾ ਦਿੱਤੀ।
ਉਹਨੂੰ ਕਿਲੇ ਦੀ ਕੰਧ ਦੇ ਉੱਤੋਂ ਧੱਕਾ ਦੇ ਦਿੱਤਾ, ਦੀਵਾਰ ਤੋਂ ਸੁੱਟ ਦਿੱਤਾ ਤੇ ਉਹਦੀ ਮੌਤ ਹੋ ਗਈ। ਇਹਨੇ ਆਪਣੇ ਭਰਾ ਸੁਜਾਹ ਨੂੰ ਦੇਸ਼ ਨਿਕਾਲਾ ਦੇ ਦਿੱਤਾ, ਕਹਿ ਦਿੱਤਾ ਕਿ ਇਹ ਜਿਹੜਾ ਸੁਜਾਹ ਹੈ ਇਹ ਦੇਸ਼ ਦੇ ਅੰਦਰ ਨਹੀਂ ਆਉਣਾ ਚਾਹੀਦਾ। ਇੱਥੋਂ ਤੱਕ ਕਿ ਇਹ ਇੰਨਾ ਕੁ ਹਕੂਮਤ ਦੇ ਨਸ਼ੇ ਦੇ ਵਿੱਚ ਅੰਨਾ ਹੋ ਚੁੱਕਿਆ ਹੈ, ਜਿੱਥੇ ਆਪਣੇ ਭਰਾ ਭੈਣ ਆਪਣੇ ਪਿਤਾ ਨੂੰ ਇਹਨੇ ਕਤਲ ਕਰ ਦਿੱਤਾ, ਉੱਥੇ ਆਪਣੇ ਪੁੱਤਰ ਸੁਲਤਾਨ ਮੁਹੰਮਦ, ਇਹਦੇ ਪੁੱਤਰ ਦਾ ਨਾਮ ਹੈ ਸੁਲਤਾਨ ਮੁਹੰਮਦ, ਜਿਸ ਦੀ ਉਮਰ 36 ਸਾਲ ਸੀ। ਇਹਦੇ ਮਨ ਦੇ ਵਿੱਚ ਹੋਇਆ ਕਿ ਕਿਤੇ ਕੱਲ ਨੂੰ ਇਹ ਰਾਜ ਦਾ ਦਾਅਵਾ ਨਾ ਕਰੇ। ਇਹਨੇ ਆਪਣੇ ਸਕੇ ਪੁੱਤਰ ਸੁਲਤਾਨ ਮੁਹੰਮਦ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਹਨੇ ਸ਼ਹਿਜ਼ਾਦਾ ਅਕਬਰ, ਇਹਦਾ ਪੁੱਤਰ ਦਾ ਨਾਮ ਹੈ ਸ਼ਹਿਜ਼ਾਦਾ ਅਕਬਰ, ਉਹਨੂੰ ਹਿੰਦੁਸਤਾਨ ਦੇ ਵਿੱਚੋਂ ਕੱਢ ਦਿੱਤਾ ਤਾਂ ਕਿ ਉਹ ਦਾਅਵਾ ਨਾ ਕਰੇ ਕਿ ਉਹਨੇ ਇੱਕ ਚਿੱਠੀ ਲਿਖੀ ਸੀ ਔਰੰਗਜ਼ੇਬ ਨੂੰ, ਜਿੰਦੇ ਵਿੱਚ ਉਹਨੇ ਬਹੁਤ ਖਰੀਆਂ ਸੁਣਾ ਦਿੱਤੀਆਂ ਕਿ ਇਹ ਮੁਰਦਾ ਸਰੀਰ ਜਿਹੜੇ ਨੇ ਉਹ ਰਾਜ ਕਰਦੇ ਪਏ ਨੇ, ਦੇਸ਼ ਤੇ ਹਕੂਮਤ ਜਿਹੜੀ ਹੈ ਉਹ ਮੁਰਦਾ ਮਨਾਂ ਦੀ ਚੱਲਦੀ ਪਈ ਹੈ, ਬਹੁਤ ਨੁਕਸਾਨ ਹੁੰਦਾ ਪਿਆ ਹੈ, ਇਹੋ ਜਿਹੇ ਦੇਸ਼ ਵਿੱਚ ਰਹਿਣ ਨਾਲੋਂ ਤੇ ਚੰਗਾ ਇਨਸਾਨ ਕਿਤੇ ਹੋਰ ਚਲੇ ਜਾਏ। ਇਹਨੇ ਗੁੱਸੇ ਵਿੱਚ ਆ ਕੇ ਆਪਣੇ ਪੁੱਤਰ ਸ਼ਹਿਜ਼ਾਦਾ ਅਕਬਰ ਨੂੰ ਦੇਸ਼ ਨਿਕਾਲਾ ਦੇ ਦਿੱਤਾ, ਹਿੰਦੁਸਤਾਨ ਤੋਂ ਬਾਹਰ ਕੱਢ ਦਿੱਤਾ। ਅਕਬਰ ਦਾ ਪੁੱਤਰ ਜਿੰਦਾ ਨਾਮ ਬਹਾਦਰ ਸ਼ਾਹ ਹੈ, ਇਸ ਦਾ ਅਸਲ ਨਾਮ ਸੀ ਸ਼ਹਿਜ਼ਾਦਾ ਮੁਅੱਜ਼ਮ। ਸ਼ਹਿਜ਼ਾਦਾ ਮੁਅੱਜ਼ਮ ਨੂੰ ਵੀ ਦੇਖਿਆ ਕਿ ਸ਼ਾਇਦ ਇਹ ਬਗਾਵਤ ਕਰੇਗਾ। ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਨੂੰ 7 ਸਾਲ, ਪੂਰੇ 7 ਸਾਲ ਪਰਿਵਾਰ ਸਮੇਤ ਇਹਨੇ ਬੰਦੀ ਬਣਾਈ ਰੱਖਿਆ। ਇੱਥੋਂ ਤੱਕ ਕਿ ਜਿਹੜੇ ਇਹਦੇ ਨਿਕਟਵਰਤੀ ਸਨ, ਜਿਨ੍ਹਾਂ ਨਾਲ ਇਹਨੇ ਬਹੁਤ ਪਿਆਰ ਕੀਤਾ ਜਾਂ ਜਿਨ੍ਹਾਂ ਨੇ ਰਾਜ ਭਾਗ ਦੇ ਵਿੱਚ ਸਹਾਇਤਾ ਕੀਤੀ, ਜਿਨ੍ਹਾਂ ਵਿੱਚ ਮਿਰਜ਼ਾ ਰਾਜਾ ਜੈ ਸਿੰਘ ਜੀ ਜਿਹੜੇ ਸਨ, ਉਹਨਾਂ ਨੂੰ ਵੀ ਇਹਨੇ ਜ਼ਹਿਰ ਦੇ ਕੇ ਮਾਰ ਦਿੱਤਾ। ਤੇ ਜਸ ਇਸ ਨੇ ਤਵਸਬੀ ਨੀਤੀ ਨੂੰ ਅਪਣਾਇਆ, ਮਨ ਦੇ ਵਿੱਚ ਇਹ ਪੱਕਾ ਕਰ ਲਿਆ ਕਿ ਹੁਣ ਮੈਂ ਬਿਲਕੁਲ ਕੱਟੜਵਾਦ ਨੂੰ ਅਪਣਾ ਕਰਕੇ ਹਿੰਦੁਸਤਾਨ ਦੇ ਵਿੱਚ ਸੁੰਨੀ ਰਾਜ ਕਾਇਮ ਕਰ ਦੇਵਾਂਗਾ। ਉਸ ਵੇਲੇ ਫਿਰ ਇਹਨੇ ਸਭ ਤੋਂ ਪਹਿਲਾਂ ਸਨ 1645 ਦੇ ਵਿੱਚ ਗੁਜਰਾਤ ਦਾ ਮੰਦਰ ਢਾਹਿਆ, ਜਿਸ ਮੰਦਰ ਦਾ ਨਾਂ ਇਤਿਹਾਸ ਵਿੱਚ ਲਿਖਿਆ ਹੈ ਚਿੰਤਾਮਣੀ ਮੰਦਰ। ਇਹਨੇ ਉਸ ਮੰਦਰ ਨੂੰ ਢਾਹਿਆ। ਉਸ ਮੰਦਰ ਦੇ ਵਿਹੜੇ ਦੇ ਵਿੱਚ ਗਾਂ ਕਤਲ ਕਰਕੇ, ਗਾਂ ਨੂੰ ਮਾਰ ਕਰਕੇ ਉਹਦਾ ਖੂਨ ਡੋਲਿਆ। ਉਸ ਮੰਦਰ ਦੀ ਥਾਂ ਤੇ ਇਹਨੇ ਮਸਜਿਦ ਬਣਾਉਣਾ ਕੀਤੀ। ਇਸ ਤੋਂ ਬਾਅਦ 1665 ਦੇ ਵਿੱਚ ਹਿੰਦੂਆਂ ਦੇ ਜਿਹੜਾ ਸੀ ਦੁੱਗਣਾ ਟੈਕਸ ਲਾ ਦਿੱਤਾ। ਹਿੰਦੂਆਂ ਦੇ ਉੱਪਰ ਦੁੱਗਣਾ ਟੈਕਸ ਲਾਇਆ ਗਿਆ ਤੇ ਮੁਸਲਮਾਨਾਂ ਦਾ ਜਿਹੜਾ ਟੈਕਸ ਸੀ, ਉਹ ਕਰ ਸੀ, ਵਸੂਲੀ ਸੀ, ਉਹ ਅੱਧੀ ਕਰ ਦਿੱਤੀ ਗਈ। ਹੁਕਮ ਕਰ ਦਿੱਤਾ ਕਿ ਜਿਹੜੇ ਹਿੰਦੂ ਜਿਹੜੇ ਨੇ ਨੌਕਰੀਆਂ ਕਰਦੇ ਪਏ ਨੇ, ਖਾਸ ਕਰਕੇ ਮਾਲ ਮਹਿਕਮੇ ਦੇ ਵਿੱਚ ਜਿਨ੍ਹਾਂ ਦੀਆਂ ਨੌਕਰੀਆਂ ਨੇ, ਉਹਨਾਂ ਨੂੰ ਨੌਕਰੀਆਂ ਤੋਂ ਹਟਾਇਆ ਜਾਏ, ਜਾਂ ਤਾਂ ਉਹ ਹਿੰਦੂ ਮੁਸਲਮਾਨ ਬਣ ਜਾਵਣ ਤੇ ਜਾਂ ਫਿਰ ਉਹ ਨੌਕਰੀਆਂ ਛੱਡ ਦੇਣ। ਉਹਨਾਂ ਦੀ ਥਾਂ ਤੇ ਮੁਸਲਮਾਨ ਜਿਹੜੇ ਸਨ ਉਹਨਾਂ ਨੌਕਰੀਆਂ ਦੇ ਉੱਤੇ ਭਰਤੀ ਕਰ ਦਿੱਤੇ ਗਏ। ਉਸ ਤੋਂ ਬਾਅਦ ਵਿੱਚ ਸਨ 1669 ਦੇ ਵਿੱਚ ਇਹਨੇ ਬਨਾਰਸ ਤੇ ਮੁਲਤਾਨ ਦੇ ਵਿਦਵਾਨ ਪੰਡਤ ਜਿਹੜੇ ਸਨ ਉਹਨਾਂ ਨੂੰ ਮਾਰ ਮੁਕਾਇਆ। ਇਹਦੇ ਮਨ 'ਚ ਇਹ ਖਿਆਲ ਆ ਗਿਆ ਕਿ ਜਿਹੜੇ ਇਹ ਵਿਦਵਾਨ ਨੇ ਮੁਲਤਾਨ ਤੇ ਬਨਾਰਸ, ਇੱਥੇ ਬਹੁਤ ਸਾਰੇ ਪਾਠਸ਼ਾਲਾ ਵਿੱਦਿਆ ਦੇ ਕੇਂਦਰ ਬਣਾਏ ਹੋਏ ਨੇ ਤੇ ਜਿਨ੍ਹਾਂ ਤੋਂ ਲੋਕ ਵਿੱਦਿਆ ਲੈ ਕਰਕੇ ਹਿੰਦੂ ਰੀਤੀਆਂ ਨੂੰ ਅਪਣਾਉਂਦੇ ਨੇ, ਤੇ ਕਿਉਂ ਨਾ ਮੈਂ ਇਹਨਾਂ ਮੰਦਰਾਂ ਨੂੰ ਹੀ ਢਾਹ ਦੇਵਾਂ। ਜੇ ਮੰਦਰ ਢੱਠ ਜਾਣਗੇ ਤੇ ਉਸ ਤੋਂ ਬਾਅਦ ਵਿੱਚ ਕਹਿੰਦਾ ਕੌਣ ਹੈ ਜਿਹੜਾ ਇਹਨਾਂ ਮੰਦਰਾਂ ਦੀ ਰਾਖੀ ਕਰੇਗਾ ਜਾਂ ਮੰਦਰਾਂ ਦੇ ਵਿਧੀ ਵਿਧਾਨ ਨੂੰ ਪੂਜੇਗਾ। ਉਸ ਵੇਲੇ ਫਿਰ ਇਹਨੇ ਬਨਾਰਸ ਤੇ ਮੁਲਤਾਨ ਦੇ ਵਿੱਚ ਜਿਹੜੇ ਵਿਦਵਾਨ ਪੰਡਤ ਸਨ ਉਹਨਾਂ ਨੂੰ ਮਾਰ ਮੁਕਾਇਆ। ਪਾਠਸ਼ਾਲਾ ਬੰਦ ਹੋ ਗਈਆਂ। ਉਹਨਾਂ ਪਾਠਸ਼ਾਲਾ ਨੂੰ ਵੀ ਢਾਹ ਕਰਕੇ ਇਹਨੇ ਮਿੱਟੀ ਦੇ ਵਿੱਚ ਰਲਾ ਦਿੱਤਾ। ਇਹਦਾ ਹੀ ਇੱਕ ਜਰਨੈਲ ਸੀ ਜਿੰਦਾ ਨਾਮ ਸੀ ਨਰ ਸਿੰਘ। ਰਾਜਾ ਨਰ ਸਿੰਘ ਨੇ ਖਾਸ ਕਰਕੇ ਔਰੰਗਜ਼ੇਬ ਤੋਂ ਪਹਿਲੋਂ ਇਜਾਜ਼ਤ ਲਈ ਤੇ ਔਰੰਗਜ਼ੇਬ ਤੋਂ ਇਜਾਜ਼ਤ ਲੈ ਕਰਕੇ ਇਹਨੇ ਬਨਾਰਸ ਦੇ ਵਿੱਚ ਵਿਸ਼ਵਨਾਥ ਮੰਦਰ ਬਣਾਇਆ। 33 ਲੱਖ ਰੁਪਈਆ ਇਹਨੇ ਨਰ ਸਿੰਘ ਨੇ ਉਸ ਮੰਦਰ ਦੇ ਵਿੱਚ ਲਗਾਇਆ ਤੇ ਬਹੁਤ ਅਲੀਸ਼ਾਨ ਤੇ ਸੁੰਦਰ ਮਜ਼ਬੂਤ ਮੰਦਰ ਬਣਾਇਆ ਗਿਆ। ਉਸ ਵੇਲੇ ਕਹਿਣ ਲੱਗੇ ਕਿ ਸਨ 1670 ਦੇ ਵਿੱਚ ਜਿਹੜੇ ਅਸੀਂ ਇਹਨੇ ਬੁੱਤਖਾਨੇ ਢਾਉਣੇ ਸ਼ੁਰੂ ਕਰ ਦਿੱਤੇ। 1669 'ਚ ਬਨਾਰਸ ਦਾ ਵਿਸ਼ਵਨਾਥ ਮੰਦਰ ਢਾਹ ਦਿੱਤਾ, ਗੋਪੀਨਾਥ ਮੰਦਰ ਢਾਹ ਦਿੱਤਾ। ਮੰਦਰ ਦੀਆਂ ਮੂਰਤੀਆਂ ਚੁਕਾ ਕਰਕੇ ਜਿਹੜਾ ਸੀ ਉਹ ਲੈ ਕਰਕੇ ਆਗਰੇ ਦੇ ਵਿੱਚ ਪੌੜੀਆਂ ਦੇ ਵਿੱਚ ਲਿਆ ਕਰਕੇ ਲਗਾ ਦਿੱਤੀਆਂ ਗਈਆਂ।
ਜਿਹੜਾ ਮੰਦਿਰ ਬਹੁਤ ਮਜ਼ਬੂਤ ਬਣਿਆ ਹੋਇਆ ਸੀ, ਉਸ ਮੰਦਿਰ ਨੂੰ ਢਹਿ ਢੇਰੀ ਕਰਦਿਆਂ ਇਹਨਾਂ ਦੇ ਜਿਹੜੇ ਕਰਮਚਾਰੀ ਸਨ ਉਹਨਾਂ ਨੇ ਰੱਤਾ ਜਿੰਨੀ ਵੀ ਦੇਰ ਨਹੀਂ ਲਾਈ। ਇਹਨੇ ਬਿਲਕੁਲ 1670 ਤੱਕ ਬੁੱਤਖਾਨੇ ਢਾਉਣੇ ਸ਼ੁਰੂ ਕਰ ਦਿੱਤੇ ਔਰ ਹੁਕਮ ਕਰ ਦਿੱਤਾ ਸੀ ਕਿ ਕਿਸੇ ਵੀ ਰਾਜ ਦੇ ਅੰਦਰ, ਭਾਵੇਂ ਉਹ ਤਹਿਸੀਲ ਹੈ ਭਾਵੇਂ ਉਹ ਪੰਚਾਇਤ ਹੈ, ਜਿਹੜੇ ਵੀ ਪ੍ਰਬੰਧ ਚਲਾਉਂਦੇ ਨੇ ਇੱਕ ਗੱਲ ਨੂੰ ਪੱਕਿਆਂ ਕਰ ਲੈਣ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿੰਨੇ ਵੀ ਮੰਦਿਰ ਬਣੇ ਨੇ ਉਹ ਸਾਰੇ ਢਾਹ ਦੇਣੇ ਚਾਹੀਦੇ ਨੇ। ਔਰ ਇਸੇ ਹੀ ਤਰੀਕੇ ਨਾਲ ਉਹ ਮੰਦਿਰ ਜਿਹੜੇ ਸਨ ਉਹ ਢਾਹ ਦਿੱਤੇ ਗਏ। ਬਹੁਤ ਸਾਰਾ ਤਵਸਬੀ ਨੀਤੀ ਕਰਕੇ ਇਹਨੇ ਨੁਕਸਾਨ ਕੀਤਾ ਔਰ ਇਹਦੀ ਇਹ ਤਵਸਬੀ ਨੀਤੀ ਸੀ ਕਿ ਜਿੰਦੇ ਕਰਕੇ ਇਹਨੇ ਫਿਰ ਚੁਣਿਆ ਕਸ਼ਮੀਰ ਨੂੰ। ਪਹਿਲੋਂ ਇਹਨੇ ਸੈਦ ਖਾਨ ਜਿਹੜਾ ਸੀ ਉਹਨੂੰ ਗਵਰਨਰ ਲਾਇਆ ਕਸ਼ਮੀਰ ਦਾ, ਤੇ ਸੈਦ ਖਾਨ ਜਿਹੜਾ ਸੀ ਉਹ ਬਹੁਤਾ ਕੱਟੜ ਨੀਤੀ ਵਾਲਾ ਨਹੀਂ ਸੀ ਤੇ ਹਿੰਦੂਆਂ ਨੂੰ ਵੀ ਬਹੁਤ ਉਹ ਚੰਗਾ ਸਮਝਦਾ ਸੀ। ਫਿਰ ਇਹਨੇ ਸੈਦ ਖਾਨ ਨੂੰ ਲਾ ਕਰਕੇ ਤੇ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਇਫਤਿਆਰ ਖਾਨ ਉਹਨੂੰ ਜਿਹੜਾ ਸੀ ਉੱਥੋਂ ਦਾ ਜਰਨੈਲ ਲਾ ਦਿੱਤਾ। ਔਰ ਮਨ ਦੇ ਵਿੱਚ ਇਹਨੇ ਇਹ ਗੱਲ ਸੋਚ ਲਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਕਸ਼ਮੀਰ ਹੈ ਇਹਦੇ ਵਿੱਚ ਕੇਵਲ ਮੁਸਲਮਾਨ ਹੀ ਹੋਣੇ ਚਾਹੀਦੇ ਨੇ। ਅੱਜ ਵੀ ਕਸ਼ਮੀਰ ਦੇ ਵਿੱਚ ਜਾਓ ਤੇ ਦੋ ਖਾਸ ਜਾਤਾਂ ਜਿਹੜੀਆਂ ਨੇ ਉਹ ਮੁਸਲਮਾਨਾਂ ਪਠਾਨਾਂ ਦੀਆਂ ਮਿਲਦੀਆਂ ਨੇ, ਇੱਕ ਖੱਖੇ ਤੇ ਇੱਕ ਬੱਬੇ। ਇੱਕ ਖੱਖੇ ਪਠਾਨ ਕਿਹਾ ਜਾਂਦਾ ਹੈ ਤੇ ਇੱਕ ਬੱਬੇ ਪਠਾਨ ਕਿਹਾ ਜਾਂਦਾ ਹੈ। ਖੱਖੇ ਪਠਾਨ ਉਹ ਸਨ ਜਿਹੜੇ ਖੱਤਰੀਆਂ ਤੋਂ, ਹਿੰਦੂ ਖੱਤਰੀਆਂ ਤੋਂ ਕਨਵਰਟ ਹੋਏ ਤੇ ਜਿਨ੍ਹਾਂ ਨੇ ਇਸਲਾਮ ਧਾਰਨ ਕਰ ਲਿਆ, ਤੇ ਬੱਬੇ ਮੁਸਲਮਾਨ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਜਿਹੜੇ ਬ੍ਰਾਹਮਣਾਂ ਤੋਂ ਮੁਸਲਮਾਨ ਜਿਹੜੇ ਸਨ ਬਣ ਗਏ। ਇਸ ਤਰੀਕੇ ਦੇ ਨਾਲ ਜਿਹੜਾ ਸੀ ਸ਼ੇਰ ਅਫਗਾਨ ਨੇ ਉਹ ਕਸ਼ਮੀਰ ਦੇ ਅੰਦਰ ਬਹੁਤ ਸਾਰਾ ਜ਼ੁਲਮ ਵੀ ਕੀਤਾ। ਕਈ ਜਿਹੜੇ ਦੱਬੇ ਕੁਚਲੇ ਸਨ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਵਾਲੇ ਕਹਿੰਦੇ ਸੀ, ਉਹਨਾਂ ਨੇ ਲਾਲਚ ਵਿੱਚ ਆ ਕਰਕੇ ਵੀ ਇਸਲਾਮ ਜਿਹੜਾ ਸੀ ਕਬੂਲ ਕਰ ਲਿਆ, ਕਿਉਂਕਿ ਧਨ ਦੌਲਤ ਬਹੁਤ ਦਿੱਤੀ ਗਈ, ਪੈਸੇ ਦੇ ਨਾਲ ਵੀ ਖਰੀਦੇ ਗਏ, ਜ਼ੁਲਮ ਦੇ ਨਾਲ ਵੀ ਤਬਦੀਲ ਕੀਤੇ ਗਏ। ਸੋ ਇਸ ਤਰੀਕੇ ਦੇ ਨਾਲ ਜਿਹੜਾ ਔਰੰਗਜ਼ੇਬ ਦਾ ਕਿਰਦਾਰ ਹੈ ਉਹ ਇਵੇਂ ਦਾ ਬਣਿਆ ਹੋਇਆ ਸੀ ਕਿ ਉਹਨੇ ਹਰ ਸਮੇਂ ਇਹ ਸੋਚਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਜਿਹੜੇ ਮੁਲਾਣੇ ਨੇ, ਕਾਜੀ ਨੇ, ਉਹਨਾਂ ਨੂੰ ਆਪਣੇ ਵੱਸ ਵਿੱਚ ਰੱਖਾਂ ਤੇ ਉਹ ਤਾਂ ਵੱਸ ਵਿੱਚ ਰਹਿਣਗੇ ਜੇਕਰ ਮੈਂ ਇਸਲਾਮ ਦੀ ਗੱਲ ਕਰਾਂਗਾ। ਫਿਰ ਇਹਨੇ ਇਸ ਨੀਤੀ ਦੇ ਤਹਿਤ ਜਿਹੜਾ ਸੀ ਕਸ਼ਮੀਰ ਦੇ ਉੱਪਰ ਜ਼ੁਲਮ ਉਠਾਉਣਾ ਸ਼ੁਰੂ ਕਰ ਦਿੱਤਾ। ਅੱਗੇ ਆਪਾਂ ਵਿਚਾਰ ਕਰਾਂਗੇ ਕਿ ਫਿਰ ਕਿਵੇਂ ਕਸ਼ਮੀਰੀ ਪੰਡਤ ਜਿਹੜੇ ਸੀ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਆ, ਤੇ ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰਹੀ ਨਾ ਕਿਨਹੂ ਆਨ। ਆਪਾਂ ਉਸ ਇਤਿਹਾਸ ਨੂੰ ਕਿ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਸ਼ਹਾਦਤ ਦੇਣੀ ਹੈ ਉਹਨੂੰ ਵੀ ਅਗਲੇ ਦੀਵਾਨਾਂ ਦੇ ਵਿੱਚ ਵਾਚਾਂਗੇ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅੰਤਮ 'ਚ ਅਰਦਾਸ ਕਰੀਏ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ